परमेश्वर ਦੀ ਹਜ਼ੂਰੀ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਬੈਠ ਜਾਓ ਆਪਣੇ ਸ਼ਰੀਰ ਦੇ ਵਿੱਚ, ਆਤਮਾ 'ਚ ਤੁਸੀਂ ਮੇਰੇ ਨਾਲ ਖੜੇ ਹੋ। ਜ਼ੋਰ ਨਾਲ ਬੋਲੋ ਹਾਲੇਲੂਇਆ। परमेश्वर ने बाइबल ਦੇ ਵਿੱਚ ਲਿਖਿਆ कि कलीसिया ਨੂੰ परमेश्वर ने कुछ प्रेरित, कुछ प्रॉफिट्स, कुछ पास्टर्स, कुछ इवेंजलिस्ट ਦਿੱਤੇ ताकि कलीसिया सिद्ध होए, सेवा ਦਾ ਕੰਮ ਕੀਤਾ ਜਾਏ और मसीह ਦੀ ਦੇ उन्नति पाए। ਤੁਹਾਡੇ ਚਰਚਾਂ ਦਾ ਮਕਸਦ ਕੀ सिद्ध होना नहीं है? ਹੈਗਾ ਕਿ नहीं? कि ਤੁਹਾਡਾ ਚਰਚ ਆਉਣ ਦਾ ਮਕਸਦ उन्नति नहीं है? पुराने नियम ਦੇ ਵਿੱਚ ਲੋਕੀ ਕਹਿੰਦੇ ਪੁਰਾਣਾ ਨਿਯਮ ਅਲੱਗ ਸੀਗਾ ਜੀ, ਨਵਾਂ ਨਿਯਮ ਅਲੱਗ ਹੈ। ਯਿਸੂ ਮਸੀਹ ਨੇ ਆਪਣੇ ਮੂੰਹ ਤੋਂ ਕਿਹਾ, ਕਹਿੰਦਾ ਮੈਂ ਪੁਰਾਣਾ ਨਿਯਮ ਲੋਪ ਕਰਨ ਨਹੀਂ ਆਇਆ, ਉਹਨੂੰ ਪੂਰਾ ਕਰਨ ਆਇਆ। ਲਿਖਿਆ ਕਿ ਨਵੇਂ ਨਿਯਮ ਚ ਕਿ ਨਹੀਂ ਲਿਖਿਆ? ਯਿਸੂ ਮਸੀਹ ਨੇ ਕਿਹਾ ਮੈਂ ਪੁਰਾਣਾ ਨਿਯਮ ਖਤਮ ਕਰਨ ਨਹੀਂ ਆਇਆ, ਪੁਰਾਣਾ ਨਿਯਮ ਪੂਰਾ ਕਰਨ ਆਇਆ। ਹੁਣ ਸਾਨੂੰ ਬੈਲਾਂ ਤੇ ਬੱਕਰੀਆਂ ਦੀ ਬਲੀ ਦੀ ਲੋੜ ਨਹੀਂ ਹੈ, ਕਿਉਂਕਿ ਯਿਸੂ ਮਸੀਹ ਕੁਰਬਾਨ ਹੋ ਚੁੱਕੇ ਹਨ। ਨਵੇਂ ਨਿਯਮ 'ਚ ਇੱਕ ਬੰਦੇ ਨੇ ਪਰਮੇਸ਼ਵਰ ਨੂੰ ਪੁੱਛਿਆ, ਪਰਮੇਸ਼ਵਰ ਅਨੰਤ ਜੀਵਨ ਦਾ ਅਧਿਕਾਰੀ ਹੋਣ ਲਈ ਮੈਂ ਕੀ ਕਰਾਂ? ਯਿਸੂ ਮਸੀਹ ਨੇ ਕਿਹਾ ਜਾ ਵਿਚਾਰ ਨਾ ਕਰ, ਚੋਰੀ ਨਾ ਕਰ, ਮਾਤਾ ਪਿਤਾ ਦੀ ਆਗਿਆ ਮੰਨ, ਝੂਠੀ ਗਵਾਹੀ ਨਾ ਦੇ। ਕਹਿੰਦਾ ਮੈਂ ਇਹਨੂੰ ਮੰਨਦਾ ਆਇਆ। ਇਜ਼ਰਾਈਲੀ ਪ੍ਰੇਅਰ ਕਰ ਰਹੇ ਪਰਮੇਸ਼ਵਰ ਤੇ ਕਿ ਪਰਮੇਸ਼ਵਰ ਮੈਨੂੰ ਛੁਡਾ, ਸਾਨੂੰ ਛੁਡਾ। ਕਿਉਂ? ਕਿਉਂਕਿ 400 ਸਾਲ ਤੁਸੀਂ ਕਿਹਾ ਸੀ, 430 ਸਾਲ ਹੋ ਗਏ ਪਰ ਅਸੀਂ ਉੱਥੇ ਦੇ ਉੱਥੇ ਹੀ ਹਾਂ। ਕੰਫਰਟੇਬਲ ਹੋ ਗਏ ਲੋਕ ਆਪਣੀ ਪੋਜੀਸ਼ਨ ਤੇ, ਆਪਣੀ ਉਸ ਗੁਲਾਮੀ ਦੇ ਉੱਤੇ। ਡੈਵਲ ਮੁਸ਼ਕਿਲ ਚ ਅੱਜ ਕੋਨੇ ਕੋਨੇ ਚੋਂ ਜਾਂਦਾ ਦੇਖੋਗੇ। ਅੱਜ ਤੁਸੀਂ ਰੁਕੋ, ਕੋਨੇ ਕੋਨੇ ਚੋਂ, ਤੁਹਾਡੇ ਘਰਾਨਿਆਂ ਦੇ ਵੀ ਕੋਨੇ ਕੋਨੇ ਚੋਂ ਅੱਜ ਨਸ਼ੇ ਵਾਲੇ ਆਜ਼ਾਦ ਹੋ ਕੇ ਵਾਪਿਸ ਜਾ ਰਹੇ ਪਰਮੇਸ਼ਵਰ ਦੇ ਨਾਮ ਦੇ ਵਿੱਚ। ਅੱਜ ਡਿਲੀਵਰੈਂਸ ਹੋਲਸੇਲ ਦੇ ਵਿੱਚ ਅਵੇਲੇਬਲ ਹੈ। ਹਾਲੇਲੂਇਆ। ਪ੍ਰੇਅਰ ਕਰ ਰਹੇ ਹੋ ਕਿ ਪਰਮੇਸ਼ਵਰ ਤੁਹਾਨੂੰ ਛੁਡਾ, ਕਿਉਂਕਿ ਰਾਜੇ ਨੇ ਸਾਡੇ ਤੇ ਅਤਿਆਚਾਰ ਕਰਨੇ ਜ਼ਿਆਦਾ ਕਰ ਦਿੱਤੇ, ਕਿਉਂਕਿ ਉਹ ਕੰਫਰਟੇਬਲ ਸੀਗੇ। ਉਹ ਸਵੇਰੇ ਗਏ, ਰਾਜੇ ਦੀ ਨੌਕਰੀ ਕੀਤੀ, ਜਦ ਕਿ ਪਰਮੇਸ਼ਵਰ ਦੀ ਉਹ ਪਲੈਨਿੰਗ ਨਹੀਂ ਸੀ। ਔਰ ਪਰਮੇਸ਼ਵਰ ਨੇ ਉਸ ਪਲੈਨਿੰਗ ਚੋਂ ਬਾਹਰ ਕੱਢਣ ਦੇ ਲਈ ਜ਼ਿਆਦਾ ਦੁੱਖ ਦੇਣੇ ਸ਼ੁਰੂ ਕੀਤੇ ਰਾਜੇ ਦੇ ਵਿੱਚੋਂ, ਤਾਂ ਕਿ ਇਹ ਰੋ ਕੇ ਮੇਰੇ ਅੱਗੇ ਪ੍ਰੇਅਰ ਕਰਨ। ਔਰ ਬਾਈਬਲ ਦੇ ਵਿੱਚ ਲਿਖਿਆ ਉਹ ਰੋ ਕੇ ਪਰਮੇਸ਼ਵਰ ਅੱਗੇ ਪ੍ਰੇਅਰ ਕਰਨ ਲੱਗੇ। ਰੋ ਕੇ ਮਤਲਬ ਆਂਸੂਆਂ ਦੇ ਨਾਲ ਨਹੀਂ, ਅੰਦਰੋਂ ਪਛਤਾਪ ਦੇ ਨਾਲ ਕਿ ਪਰਮੇਸ਼ਵਰ ਅਬ ਮੇਰਾ ਨਿਆਂ ਕਰ, ਆਪਣੇ ਵਚਨ ਨੂੰ ਪੂਰਾ ਕਰ, ਆਪਣੀ ਪ੍ਰੋਫੈਸੀ ਜਿਹੜੀ ਸਾਡੇ ਵਿਸ਼ੇ 'ਚ ਹੋਈ ਸੀ ਉਹਨੂੰ ਪੂਰਾ ਕਰ। ਕੋਈ ਪ੍ਰੋਫੈਸੀ ਪੂਰੀ ਨਹੀਂ ਹੋਏਗੀ ਜੇ ਤੁਸੀਂ ਉਸ ਪ੍ਰੋਫੈਸੀ ਦੇ ਨਾਲ ਪ੍ਰੇਅਰ ਨਹੀਂ ਕਰੋਗੇ, ਜਾਂ ਪਰਮੇਸ਼ਵਰ ਨਾਲ ਮੇਲ ਮਿਲਾਪ ਨਹੀਂ ਕਰੋਗੇ, ਜਾਂ ਤੋਬਾ ਨਹੀਂ ਕਰੋਗੇ, ਜਾਂ ਪਰਮੇਸ਼ਵਰ ਦੇ ਰਸਤਿਆਂ ਦੇ ਚੱਲਣ ਦੇ ਲਈ ਤੁਸੀਂ ਤਿਆਰ ਨਹੀਂ ਹੋਵੋਗੇ। ਉਹ ਸਾਰੀਆਂ ਪ੍ਰੋਫੈਸੀ ਫਿਰ ਇੰਟਰਟੇਨਮੈਂਟ ਹੈ, ਪ੍ਰੋਫੈਸੀ ਨਹੀਂ ਹੈ। ਜਿਹੜੀ ਪ੍ਰੋਫੈਸੀ ਤੁਹਾਨੂੰ ਉਪਦੇਸ਼, ਸ਼ਾਂਤੀ ਔਰ ਤਸੱਲੀ ਨਾ ਦੇ, ਪਰਮੇਸ਼ਵਰ ਦੇ ਨੇੜੇ ਨਾ ਕਰੇ, ਉਹ ਪ੍ਰੋਫੈਸੀ ਨਹੀਂ। ਪੁਰਾਣੇ ਨਿਯਮ ਦੇ ਵਿੱਚ ਵੀ ਲੋਕਾਂ ਨੂੰ ਖੁਸ਼ ਕਰਨ ਵਾਲੇ ਪ੍ਰੋਫੈਟ ਸੀਗੇ, ਲੇਕਿਨ ਪ੍ਰੋਫੈਸੀ ਉਹੀ ਕੰਮ ਕਰਦੀ ਹੈ ਜਿਹੜੀ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਕਰੇ, ਉਹ ਤੁਹਾਡੇ ਫੇਥ ਨੂੰ ਇਨਕਰੀਜ਼ ਕਰੇ ਔਰ ਤੁਹਾਨੂੰ ਸ਼ਾਂਤੀ ਦੇ। ਆਮੀਨ। ਬਾਈਬਲ ਦੇ ਵਿੱਚ ਕੀ ਲਿਖਿਆ ਮੂਸਾ ਨੂੰ ਪਰਮੇਸ਼ਵਰ ਨੇ ਕਿਹਾ, ਮੂਸਾ ਮੇਰੇ ਲੋਕ ਪ੍ਰੇਅਰ ਕਰ ਰਹੇ, ਪਰ ਮੈਂ ਤੈਨੂੰ ਭੇਜਣਾ ਚਾਹਨਾ ਉਹਨਾਂ ਲੋਕਾਂ ਨੂੰ ਛੁਡਾਉਣ ਦੇ ਲਈ। ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਨਾ ਕਿ ਪਰਮੇਸ਼ਵਰ ਆਪਣੀ ਆਤਮਾ ਨੂੰ ਡਾਇਰੈਕਟ ਨਹੀਂ ਸੀ ਭੇਜ ਸਕਦਾ? ਬੋਲੋ, ਫਿਰ ਭੇਜਿਆ ਕਿਉਂ ਨਹੀਂ ਡਾਇਰੈਕਟ? ਉਹ ਡਾਇਰੈਕਟ ਕਦੀ ਆਪਣੀ ਆਤਮਾ ਨੂੰ ਨਹੀਂ ਭੇਜਦਾ। ਇਸ ਧਰਤੀ ਦਾ ਰੂਲ ਹੈ, ਸ਼ੈਤਾਨ ਔਰ ਪਰਮੇਸ਼ਵਰ, ਸ਼ੈਤਾਨ ਵੀ ਕਦੀ ਡਾਇਰੈਕਟ ਕੰਮ ਨਹੀਂ ਕਰ ਸਕਦਾ ਔਰ ਪਰਮੇਸ਼ਵਰ ਵੀ ਕਦੀ ਡਾਇਰੈਕਟ ਕੰਮ ਨਹੀਂ ਕਰਦਾ। ਉਹ ਕਰ ਸਕਦਾ ਹੈ ਪਰ ਉਹ ਕਰਦਾ ਨਹੀਂ, ਕਿਉਂਕਿ ਇਹ ਧਰਤੀ ਦੀ ਰਜਿਸਟਰੀ ਤੁਹਾਡੇ ਨਾਮ ਦੇ ਉੱਤੇ ਹੈ। ਔਰ ਜਿਹੜੇ ਪਲਾਟ ਦੀ ਰਜਿਸਟਰੀ ਤੁਹਾਡੇ ਨਾਮ ਦੇ ਉੱਤੇ ਹੋਵੇ, ਪਰਮੇਸ਼ਵਰ ਉੱਥੇ ਆਪਣੇ ਆਪ ਨਹੀਂ ਜਾਂਦਾ ਜਦ ਤੱਕ ਉਹਨੂੰ ਇਨਵਾਈਟ ਨਾ ਕੀਤਾ ਜਾਏ। ਤੁਸੀਂ ਕਿਸੇ ਨੂੰ ਅਗਰ 2 ਮਰਲੇ ਦਾ ਪਲਾਟ ਦੇ ਦਿਓ ਆਪਣੇ 20 ਮਰਲੇ ਚੋਂ, ਤੇ ਤੁਸੀਂ 2 ਮਰਲੇ ਜਾ ਕੇ 10 ਸਾਲ ਬਾਅਦ, 5 ਸਾਲ ਬਾਅਦ ਇਹ ਨਹੀਂ ਕਹਿੰਦੇ ਓਏ ਮੇਰਾ ਪਲਾਟ ਕਿੱਦਾਂ ਹੈ, ਠੀਕ ਠਾਕ ਹੈ ਨਾ ਮੇਰਾ ਪਲਾਟ, ਤੂੰ ਕੀ ਕੀਤਾ ਮੇਰੇ ਪਲਾਟ ਦਾ? ਤੁਸੀਂ ਜਾਣਦੇ ਵੀ ਨਹੀਂ। ਅਗਰ ਤੁਸੀਂ ਜੈਨੂਅਨ ਬੰਦੇ ਹੋ ਤਾਂ ਤੁਹਾਨੂੰ ਪਤਾ ਕਿ ਮੈਂ ਦੇ ਚੁੱਕਾ। ਉਦਾਂ ਹੀ ਪਰਮੇਸ਼ਵਰ ਕਹਿੰਦਾ ਮੈਂ ਧਰਤੀ ਇਨਸਾਨ ਨੂੰ ਦੇ ਚੁੱਕਾ, ਅਧਿਕਾਰ ਦੇ ਚੁੱਕਾ। ਜਦ ਤੱਕ ਤੁਸੀਂ ਉਹਨੂੰ ਇਨਵਾਈਟ ਨਹੀਂ ਕਰੋਗੇ ਆਪਣੇ ਕਿਸੇ ਮੈਟਰ ਦੇ ਵਿੱਚ, ਉਹ ਨਹੀਂ ਆਏਗਾ, ਕਿਉਂਕਿ ਉਹ ਜੈਂਟਲਮੈਨ ਹੈ। ਅਗਰ ਤੁਸੀਂ ਜੈਂਟਲਮੈਨ ਹੋ, ਤੁਸੀਂ ਬਿਨਾਂ ਇਨਵੀਟੇਸ਼ਨ ਦੇ ਨਹੀਂ ਜਾਂਦੇ, ਤੇ ਉਹ ਵੀ ਇੱਕ ਜੈਂਟਲਮੈਨ ਹੈ ਜਿਹਨੇ ਤੁਹਾਨੂੰ ਬਣਾਇਆ। ਆਮੀਨ। परमेश्वर ने फैसला किया कि मैं मूसा नूं चुनांगा और बाइबल कहती परमेश्वर ने मूसा नूं कहा मूसा तू जाएगा मेरे लोकां नूं छुड़ाण।
प्रेयर कौन कर रहे हैं? लोग। प्रभु किन्ना गल कर रहे हैं? लोग कहते पुराना नियम सी। इफिसियों 4:11 आयत पढ़ते हैं आप। लिखा, उसने कुछ को प्रेरित नियुक्त करके, कुछ को भविष्यद्वक्ता नियुक्त करके, कुछ को सुसमाचार सुनाने वाले नियुक्त करके, और कुछ को रखवाले और उपदेशक नियुक्त करके दे दिया, जिससे पवित्र लोग सिद्ध हो जाएं, सेवा का काम किया जाए और मसीह की देह उन्नति पाए। सब बोलो आमीन। परमेश्वर ने क्या, अगर कलीसिया उन्नति पाना चाहती है तो मैं की दवांगा कलीसिया नूं? प्रेरित, प्रॉफिट्स, इवेंजलिस्ट, पास्टर, ते पास्टर जिहड़ा वो टीचर भी होएगा। पुराने नियम दे विच भी सेम सीगा। परमेश्वर ने कहा मैं लोकां नूं छुड़ावांगा, पर मैं अपने एक बंदे नूं भेजांगा, अपने एक नबी नूं भेजांगा। नवे नियम दे विच बाइबल दसदी है पौलुस जिहड़ा सीगा वो परमेश्वर दे द्वारा डायरेक्ट चुनिया गया प्रेरित नहीं सीगा। जब तक परमेश्वर स्वर्ग दे विच नहीं गए तब तक पौलुस चुनिया नहीं सी गया। स्वर्ग जान तो बाद परमेश्वर दे पौलुस ने कलीसिया नूं सताना शुरू किया और उत्थे परमेश्वर ने दर्शन दिता, वो अन्ना होया। तुहानूं स्टोरी पता है। उस तो बाद वो प्रेरित दी सेवकाई दे लई चुनिया गया। रोमियो 16 जिथे नमस्कार कर रहा सारिਆਂ नूं पत्री दे विच जय मसीह लिख रहा, उत्थे भी वो दस रहा कि बरनबास और मैं जिहड़े प्रेरितां च नामी हैं। यानी बहुत सारे लोग जिहड़े प्रेरित सन। बाइबल दसदी, लोग कहते हैं कि प्रेरित खत्म हो गए जी, वो 12 ही सीगे बस, उन्हां तों बाद कोई प्रेरित नहीं है। सिर्फ परमेश्वर ने पास्टर चुने, अपनी आत्मा नाल काम करदा। अगर बाइबल च वो प्रेरित खत्म सीगे ते परमेश्वर ने अपने वचन च अपने जी उठन तो बाद, स्वर्ग जान तो बाद किन्ने साल बाद इफिसियां दी पत्री लिखी गई। उत्थे परमेश्वर दा वचन लिखदा कि मैं कलीसिया नूं सिद्ध करन वास्ते कौन दवांगा कलीसिया नूं? प्रेरित, प्रॉफिट्स, पास्टर्स, इवेंजलिस्ट, टीचर्स। पास्टर ते टीचर इकट्ठे, मैं 4 तरह के लोग कलीसिया नूं दवांगा ताकि कलीसिया की होवे, पवित्र लोग सिद्ध होन, सेवा का काम किया जाए और मसीह दी देह जड़ी है उन्नति पाए। हालेलुया। लोग बोलते प्रेरित खत्म हो गए, उदो ही 12 सीगे बस, चमत्कार भी उदो ही सीगे जी बस। अगर उदो ही सीगे तो फिर परमेश्वर नूं लिखण दी की लोड़ सी कि कलीसिया खत्म हो गई? बोलो कि मसीह दी देह अज हैगी है कि नहीं हैगी? कौन है मसीह दी देह? तुसी मसीह दी देह हो, मैं मसीह दी देह हां। सारा सिर कौन है? प्रभु यीशु मसीह। परमेश्वर ने क्या इस देह दी उन्नति दे लई मैं बंदे अपॉइंट करांगा कि तुसी पवित्र आत्मा नहीं पाया होया? बोलो, जे तुसी पवित्र आत्मा पाया होया है तो परमेश्वर ने क्यों नहीं किया पवित्र आत्मा ही तुहानूं सिखाएगा? परमेश्वर ने क्या, भावें तुसी पवित्र आत्मा पाए हुए बंदे हो, कलीसिया दे मैंबर हो, पर तुहानूं सिद्ध करन दे लई मैं तुहानूं सर्वेंट ऑफ गॉड दवांगा जिहड़े तुहानूं वचन दी गहराई दसणगे। तुहाडी देह, मेरी देह उन्नति पाएगी, तुसी सिद्ध होवोगे। अब्राहम दे विच की कमी सी? परमेश्वर ने क्या 99 ईयर दा 99 साल दा जदों अब्राहम होया, परमेश्वर ने क्या, अब्राहम मेरी उपस्थिति में चलता जा और सिद्ध होता जा। मैं तुझे वो चीजें सब देना चाहता हूं जो मैंने तुझसे वायदा किया था, पर अभी तक मैं तुझे नहीं दे सकता क्योंकि तू सिद्ध नहीं। 99 साल दा होके परमेश्वर दे पीछे 25 साल तो चल के ते परमेश्वर 25 साल बाद उन्होंने बच्चा नहीं दे रहे, बल्कि उन्होंने गल कर रहे कि अब्राहम मैं तेनों जो देना चाहना उहदे लई तू हले तैयार नहीं है, तेनों सिद्ध होना पएगा उहदे लई। अब्राहम कहता ठीक है परमेश्वर, आमीन। सानू नहीं पता कि उहदे च किहड़ी गल सी जिहड़ी सिद्ध नहीं सी होण दिंदी उहनूं। परमेश्वर दे इनकाउंटर तो बाद वो सिद्ध होया, उन्हें अपनी कमी कड्डी। कई लोग माफ नहीं कर पाते, नहीं मैं इनू नहीं माफ करना, सारे नू कर दूंगा, आ वाली दरानी नू नहीं करना, आ काम नहीं मैं कर सकता, इनू नहीं मैं छड़ सकती, इनू नहीं मैं छड़ सकता। परमेश्वर कहता अब्राहम जेड़े वायदा मैं तेरे नाल कीता मैं भी उन्हें पूरा करने लिए तैयार हाँ, पर एक कड़ी घट है साडे विच, एक लिंक घट है, एक लिंक मिसिंग है। और लिंक है जो तू सिद्ध होएगा तो मैं तेनों वही चीज़ां दवांगा जो मैं तेनों वायदा कीता सी। अपने बच्चे नूं तुसीं कार नहीं दिंदे अगर वो छोटा है तो, चाहे जिन्ना मर्जी रोए, चाहे बेहोश हो जाए रो रो के दिंदे हो,
ਪਰਮੇਸ਼ਰ ਨੇ ਕਿਹਾ ਦਾਊਦ ਨੂੰ ਮਸਾ ਕੀਤਾ ਗਿਆ ਜਦੋਂ 16-17 ਟੀਨੇਜਰ ਸੀਗਾ, ਪਰ 30 ਸਾਲ ਦਾ ਹੋਣ ਤੋਂ ਬਾਅਦ ਉਹਨੂੰ ਕੱਲਾ ਇੱਕ ਗੋਤਰ ਦਾ ਰਾਜਾ ਬਣਾਇਆ ਗਿਆ ਔਰ 37.5 ਸਾਲ ਬਾਅਦ ਉਹਨੂੰ ਇਜ਼ਰਾਈਲ ਦਾ ਰਾਜਾ ਬਣਾਇਆ ਗਿਆ। ਅਪਰੋਕਸੀਮੇਟ 20 ਸਾਲ ਉਹਨੇ ਇੰਤਜ਼ਾਰ ਕੀਤਾ। ਕਾਹਦੇ ਲਈ? ਕਿਉਂਕਿ ਕੁਝ ਕੰਮ ਦੇ ਲਈ ਤੁਹਾਨੂੰ ਸਰਟਨ ਲੈਵਲ ਦੀ ਅਨੋਇੰਟਿੰਗ ਚਾਹੀਦੀ ਹੈ। ਕੋਈ ਕੰਮ, ਕੋਈ ਮਿਰੇਕਲਸ ਐਦਾਂ ਦੇ ਤੁਹਾਨੂੰ ਇੱਕ ਲੈਵਲ ਦੀ ਅਨੋਇੰਟਿੰਗ ਆਪਣੀ ਲਾਈਫ ਦੇ ਵਿੱਚ ਚਾਹੀਦੀ। ਜੇ ਤੁਸੀਂ ਉਸ ਕਰਜ਼ ਤੋਂ ਜਾਂ ਉਸ ਗਾਲ ਤੋਂ ਜਿਹੜੀ ਸ਼ੈਤਾਨ ਤੁਹਾਨੂੰ ਦੇ ਰਿਹਾ ਕਿ 20 ਸਾਲ ਤੋਂ ਹਾਲੇ ਵੀ ਤੁਹਾਡਾ ਘਰਾਨਾ ਬਚਾਇਆ ਨਹੀਂ ਗਿਆ, ਹਾਲੇ ਵੀ ਇੱਕ ਬੰਦਾ ਨਸ਼ਾ ਕਰਦਾ ਹੈ, ਹਾਲੇ ਵੀ ਇੱਕ ਬੰਦੇ 'ਚ ਪ੍ਰੋਬਲਮ ਹੈ, ਹਾਲੇ ਵੀ ਕੋਈ ਬੰਦਾ ਮਸੀਹ ਤੋਂ ਦੂਰ ਹੈ, ਜਾਂ ਹਾਲੇ ਵੀ ਕੋਈ ਘਰ 'ਚ ਆਪ ਪ੍ਰੋਬਲਮ ਹੈ। ਕਿਉਂ? ਕਿਉਂਕਿ ਪਰਮੇਸ਼ਰ ਚਾਹੁੰਦਾ ਤੁਸੀਂ ਆਪਣੀ ਅਨੋਇੰਟਿੰਗ ਨੂੰ ਇਨਕਰੀਜ਼ ਕਰੋ, ਆਪਣੇ ਲੈਵਲ ਨੂੰ ਵਧਾਓ ਔਰ ਸਿੱਧ ਹੋਵੋ। ਔਰ ਸਿੱਧ ਹੋਣ ਦੇ ਲਈ ਬਾਈਬਲ 'ਚ ਲਿਖਿਆ ਨਵੇਂ ਨਿਯਮ ਦੇ ਵਿੱਚ ਪਰਮੇਸ਼ਰ ਨੇ ਪ੍ਰੇਰਿਤ ਦਿੱਤੇ, ਪ੍ਰੋਫਿਟਸ ਦਿੱਤੇ, ਪਾਸਟਰਸ ਦਿੱਤੇ, ਅਲੱਗ-ਅਲੱਗ ਤੁਹਾਡੀ ਕਾਲਿੰਗ ਦੇ ਅਨੁਸਾਰ ਪਰਮੇਸ਼ਰ ਨੇ ਕਲੀਸਿਆ ਨੂੰ ਲੋਕ ਦਿੱਤੇ। ਪਰਮੇਸ਼ਰ ਕਹਿੰਦਾ ਚਿੰਨ, ਅਦਭੁਤ ਕੰਮ, ਪਵਿੱਤਰ ਆਤਮਾ ਦੇ ਵਰਦਾਨਾਂ ਦੇ ਵੰਡਨ ਦੇ ਨਾਲ ਔਰ ਸਾਮਰਥੀ ਕੰਮਾਂ ਦੇ ਨਾਲ ਪਰਮੇਸ਼ਰ ਅੱਜ ਵੀ ਗਵਾਹੀ ਦਿੰਦਾ ਹੈ ਕਿ ਮੇਰਾ ਸੁਸਮਾਚਾਰ ਸੱਚਾ ਹੈ। ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਮੈਂ ਇਹ ਲੋਕ ਕਲੀਸਿਆ ਨੂੰ ਦਵਾਂਗਾ ਤਾਂ ਕਿ ਮੇਰੀ ਕਲੀਸਿਆ ਸਿੱਧ ਹੋਏ। ਕਾਹਦੇ ਲਈ ਸਿੱਧ ਕਰਨਾ ਚਾਹੁੰਦਾ ਤੁਹਾਨੂੰ ਉਹ? ਤਾਂ ਕਿ ਜਿਹੜੀ ਪਲੈਨਿੰਗ, ਜਿਹੜੀ ਯੋਜਨਾ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਹੈਗੀ ਹੈ ਉਹ ਪੂਰੀ ਹੋ ਸਕੇ। ਇੱਕ ਨੋਕੀਆ ਕੰਪਨੀ, ਇੱਕ ਸੈਮਸੰਗ ਕੰਪਨੀ ਡਿਫਾਲਟ ਇੱਕ ਬੁਰਾ ਮੋਬਾਈਲ ਲਾਂਚ ਨਹੀਂ ਕਰਦੀ। ਉਹ ਮੋਬਾਈਲ ਫਿਰ ਪੈਰਾਮੀਟਰਸ ਤੋਂ ਨਿਕਲਦਾ ਹੈ, ਇਹਦੀ ਸਕਰੀਨ, ਇਹਦਾ ਸੌਫਟਵੇਅਰ, ਇਹਦਾ ਸਪੀਕਰ, ਇਹਦਾ ਕੀਪੈਡ, ਇਹਦਾ ਟੱਚ, ਸਭ ਕੁਝ। ਜੇ ਗੜਬੜ ਹੈ ਕਹਿਣਾ ਫਿਰ ਦੁਬਾਰਾ ਤੋਂ ਠੀਕ ਕਰੋ, फिर दोबारा ठीक करके फिर दोबारा तो लेके आओ, फिर चेक करो। क्योंकि सैमसंग कंपनी का सवाल है, एप्पल का सवाल है, नोकिया नेम का सवाल है। और इत्थे कोई कंपनी नहीं है, इत्थे परमेश्वर के नाम का सवाल है। वो तुहानू ऐसे लॉन्च नहीं कर सकता, वो तुहानू चेक करता फिर तो। परमेश्वर कहता चेकिंग करने लई और तेरियां सारियां कमियां कड्ढण दे लई मैं बंदे ठहराए कलीसिया दे विच। ते वो बंदे कादे लई है? हुण मूसा नूं कोई प्रॉब्लम नहीं सी, ना ते मूसा बीमार सी, ना ते मूसा डिलीवरेंस चाहता सी, ना मूसा नूं किसे छुटकारे की लोड़ सी, पर वो परमेश्वर दे नाल संबंध कायम करके बैठा सी। परमेश्वर नाल प्रार्थना करता सी, अपनी फैमिली च खुश सीगा। पर परमेश्वर चाहते सी मूसा मैं तेरी जिंदगी च काम करना चाहना, तेरे द्वारा मैं लोगों को छुड़ाना चाहना। और नवे नियम च परमेश्वर कहता उस तरह जिस तरह पुराने नियम च नबी हुंदे सी, नवे नियम च प्रेरित, प्रॉफिट्स, पास्टर्स, इवेंजलिस्ट, टीचर्स मैं ठहराए ताकि कलीसिया च किसी भी तरह की कमी ना रहे, वो सिद्ध होन और सिद्ध होने तो बाद जड़ा काम मैं उन्हें जिंदगी च करना चाहना वो पूरा कर सकन। आज तो बाद जड़ा काम परमेश्वर ने सोचा तेरी लाइफ च पूरा होए, तुसी अनुग्रह पाओ, ग्रेस पाओ यीशु मसीह सामर्थी नाम दे विच। अंधकार दी शक्तियां शर्मिंदा होन परमेश्वर दे नाम दे विच तुहाडी जिंदगी दे उचो। अगर आमीन ऊंचा और लंबा है, ए ब्लेसिंग तुहाडी ए चर्च, ए ब्लेसिंग तुहाडी ए हीलिंग तुहाडी है। तनु सिद्ध करने लई परमेश्वर हील करदा, डिलीवर भी करदा, वचन भी देंदा, दुष्ट आत्मावां तो आजाद भी करदा, तनु पवित्रताई च रखण लई तनु प्रेरित भी करदा। हालेलुया। तेरा चर्च आने का पहला मकसद की है? परमेश्वर का प्रेरित, प्रॉफिट्स, पास्टर्स, इवेंजलिस्ट, टीचर चुनने का पहला मकसद की है? कहंदा पवित्र लोग सिद्ध हो जान, सेवा का काम किया जाए। पढ़ो 12 आयत, पवित्र लोग सिद्ध हो जान, सेवा का काम किया जाए और मसीह दी दे उन्नति पाए। अब आप पढ़ांगे पहला कुरिन्थियां 12 ओदी 1 आयत। हे भाइयों, मैं नहीं चाहता कि तुम आत्मिक वरदानों के विषय में अनजान रहो। तुम जानते हो जब हम अन्य जाति थे तो गूंगी मूर्तियों के पीछे जैसे चलाए जाते थे वैसे चलते थे। इसलिए मैं तुम्हें चेतावनी देता हूं, जो कोई परमेश्वर की आत्मा की अगुवाई से बोलता है वह नहीं कहता यीशु श्रापित है, और ना ही कोई पवित्र आत्मा के बिना कह सकता है यीशु प्रभु है। 4 आयत लिखा, वरदान तो कई प्रकार के हैं परंतु आत्मा एक ही है, सेवा कई प्रकार की है प्रभु एक ही है, प्रभावशाली कार्य कई प्रकार के हैं परंतु परमेश्वर एक ही है जो सब में हर प्रकार का प्रभाव उत्पन्न करता है। सबके लाभ पहुंचाने के लिए किसी को आत्मा का प्रकाश दिया जाता है, एक को आत्मा के द्वारा बुद्धि की बातें, एक को ज्ञान की बातें, किसी को आत्मा से विश्वास, किसी को आत्मा से चंगा करने का वरदान दिया जाता है, किसी को सामर्थ के काम करने की शक्ति, किसी को भविष्यवाणी की, किसी को आत्माओं की परख, किसी को अनेक प्रकार की भाषा और किसी को भाषाओं का अर्थ बताना। परंतु ये सब प्रभावशाली कार्य वही एक आत्मा कराता है और जिसे जो चाहता है वो बांट देता है।
आमीन। ਮੈਨੂੰ ਹੁਣ ਇੱਕ ਗੱਲ ਦੱਸੋ, ਅਗਰ ਕਲੀਸਿਆ ਨੂੰ ਚੰਗਿਆਈ ਦੀ ਲੋੜ ਨਹੀਂ ਹੈ ਤੇ ਪਵਿੱਤਰ ਆਤਮਾ ਨੂੰ ਚੰਗਿਆਈ ਦਾ ਵਰਦਾਨ ਦਿੰਦੀ ਵੇ ਕੀ ਲੋੜ ਹੈ? ਕਹਿੰਦਾ ਆਤਮਾ ਸਭ ਨੂੰ ਵੱਖਰੇ ਵੱਖਰੇ ਵਰਦਾਨ ਦਿੰਦਾ ਹੈ। ਆਤਮਾ ਕਿਹਦਾ? ਪਰਮੇਸ਼ਵਰ ਦਾ। ਰੋਕ ਲੋਗੇ ਉਹਨੂੰ? ਤੁਹਾਡਾ ਘਰ 2 ਮਰਲੇ ਦਾ ਹੋਵੇ ਤੇ ਇੱਕ ਵੀ ਕਾਨਾ ਨਾ ਹੋਵੇ ਘਾਹ ਦਾ, ਘਾਹ ਕੱਟਣ ਲਈ ਮਸ਼ੀਨ ਲੈਣ ਨੇ ਤੁਸੀਂ? ਬੋਲੋ, ਕਰਦੇ ਤੇ ਤੁਸੀਂ ਘਾਹ ਕੱਟਣ ਦੀ ਮਸ਼ੀਨ ਨਹੀਂ ਖਰੀਦਦੇ ਜਦੋਂ ਘਰ ਹੀ 1 ਮਰਲੇ ਦਾ ਜੀ ਤੇ ਸਾਰਾ ਕੋਈ ਪੱਥਰ ਪੱਥਰ ਹੈ। ਤੇ ਬਾਈਬਲ 'ਚ ਲਿਖਿਆ ਕੋਈ ਵਰਦਾਨ ਪਰਮੇਸ਼ਵਰ ਦਾ ਫालतू 'ਚ ਨਹੀਂ ਹੈ। ਹਰ ਵਰਦਾਨ ਨੂੰ ਦੇਣ ਦਾ ਪਰਮੇਸ਼ਵਰ ਦਾ ਮਕਸਦ ਹੈ। ਤੇ ਜੇ ਫਿਰ ਚੰਗਿਆਈ ਸ਼ੈਤਾਨ ਵੱਲੋਂ ਹੈ ਤੇ ਫਿਰ ਇਹ ਵਰਦਾਨ ਦੇਣ ਦੀ ਪਰਮੇਸ਼ਵਰ ਨੂੰ ਕੀ ਲੋੜ ਹੈ ਆਤਮਾ ਦਾ? ਜੇ ਸਾਮਰਥ ਦੇ ਕੰਮ, ਮਿਰੈਕਲਸ ਕੰਮ ਜਿੱਦਾਂ ਯੀਸ਼ੂ ਮਸੀਹ ਕਰਦੇ ਸੀਗੇ, ਅਗਰ ਉਹ ਸ਼ੈਤਾਨ ਵੱਲੋਂ ਹੈ ਤੇ ਆਤਮਾ ਨੂੰ ਫਿਰ ਇਹ ਵਰਦਾਨ ਦੇਣ ਦੀ ਕੀ ਲੋੜ ਹੈ? ਲਿਖਿਆ ਇੱਕ ਨੂੰ ਆਤਮਾ ਦੇ ਦੁਆਰਾ ਸਾਮਰਥ ਦੇ ਕੰਮ ਕਰਨ ਦੀ ਸ਼ਕਤੀ, ਇੱਕ ਨੂੰ ਭਵਿੱਖਬਾਣੀ, ਇੱਕ ਨੂੰ ਹੀਲਿੰਗ, ਇੱਕ ਨੂੰ ਗੈਰ ਭਾਸ਼ਾ, ਇੱਕ ਨੂੰ ਗੈਰ ਭਾਸ਼ਾ ਦਾ ਵਰਦਾਨ, ਇੱਕ ਨੂੰ ਆਤਮਾਵਾਦੀ ਪਰਖ, ਇੱਕ ਨੂੰ ਬੁੱਧੀ ਦੀਆਂ ਗੱਲਾਂ, ਇੱਕ ਨੂੰ ਗਿਆਨ ਦੀਆਂ ਗੱਲਾਂ। ਫਿਰ ਕੀ ਲੋੜ ਹੈ ਆਤਮਾ ਨੂੰ ਇਹ ਸਾਰੇ ਕੰਮ ਕਰਨ ਦੀ? ਤੇ ਜੇ ਉਹਨੇ ਕੱਲਾ ਸੁਸਮਾਚਾਰ ਸੁਣਾਉਣਾ ਸੀਗਾ ਤੇ ਕੱਲਾ ਫਿਰ ਪ੍ਰਚਾਰ ਦਾ, ਬੁੱਧੀ ਦਾ ਵਰਦਾਨ ਦਿੰਦੇ ਔਰ ਬਸ ਕਰਦੇ। ਫਿਰ ਤੁਸੀਂ ਕਹਿੰਦੇ ਮੈਂ ਜੀਵਿਤ ਪਰਮੇਸ਼ਵਰ ਦਾ ਪ੍ਰਚਾਰਕ ਆ ਜੀ, ਪਰ ਤੁਹਾਡੇ 'ਚ ਕੁਝ ਵੀ ਨਜ਼ਰ ਨਹੀਂ ਆਂਦਾ ਜਿਹਦੇ ਨਾਲ ਇਹ ਸਾਬਤ ਹੋ ਸਕੇ ਕਿ ਪਰਮੇਸ਼ਵਰ ਸੱਚਮੁੱਚ ਇਸ ਚਰਚ ਦੇ ਨਾਲ ਜਾਂ ਤੁਹਾਡੇ ਨਾਲ ਜਾਂ ਮੇਰੇ ਨਾਲ ਹੈ। ਉਹਦੇ ਚਿੰਨ੍ਹ ਸਾਬਤ ਕਰਦੇ ਹਾਂ ਕਿ ਨਾ? फिर इब्रानियां कटो 2 और 3 आयत लिखा, तो हम लोग ऐसे बड़े उद्धार से निश्चिंत रहकर कैसे बच सकते हैं जिसकी चर्चा पहले प्रभु के द्वारा हुई, सुनने वालों के द्वारा हमें इसका निश्चय हुआ, और साथ ही परमेश्वर भी अपनी इच्छा के अनुसार चिन्हों, अद्भुत कामों, नाना प्रकार के सामर्थ के कामों और पवित्र आत्मा के वरदानों के बांटने के द्वारा इसकी गवाही देता रहा। सब बोलो आमीन। जो परमेश्वर ने मैंने चर्च का नाम दिता से ना, द चर्च ऑफ साइंस एंड वंडर्स, ये एवं नहीं देता। परमेश्वर ने कहा मैं चिन्ह दूंगा और अद्भुत काम दिखाऊंगा जिन्होंने देख के लोग फेथ करनगे कि मैं तेन भेजा। जब एक बार प्रूफ हो जाता चर्च आ गई यीशु मसीह हैगा, फिर तुहानू ज्यादा सोचना नहीं चाहिए कुछ भी। फिर ज्यादा सोचना ना करप्शन जी लगती है मैनू, कि मैं सामने देख रहा काम हो रहे, सामने देख रहा हीलिंग्स हो रही हैं, डिलीवरेंस हो रही है, किन्ने किन्ने बेबीज हो रहे हैं। फिर जो मैं अपने बारे सोची जावां और अपने फेथ नू कमजोर कर लवां, माड़ी गल लगदी, माड़ी। फिर ऐसा लगता कि सैल्फिश हैं बहुत ज्यादा। जीना किहदे नाल है ते मरना चंगा भी वो करेगा, जब बीमार रखांगे तावी की ओही मेरा परमेश्वर है, छुड़ावे ओही मेरा परमेश्वर है, ना छुड़ावे ओही मेरा परमेश्वर है, वधावे ओही मेरा परमेश्वर है, जे ना वधावे तारीफ करो जोर से जोर से जोर से। आमीन।